Hello students, welcome to the English class. Today I'm going to explain part 3 of the chapter In the Flood from class 9 and the book is Supplementary Reader. So let's get started. The sun shone for some time. सूरज कुछ देर ਲਈ ਚਮਕਿਆ. He dozed off in the sunlight. ਉਹ ਸੂਰਜ ਦੀ ਧੁੱਪ ਦੇ ਵਿੱਚ ਥੋੜਾ ਜਿਹਾ ਸੋ ਰਿਹਾ ਸੀ. He jumped and barked when he saw the shadow of the banana leaf on the rooftop. ਜਦੋਂ ਉਸਨੇ ਕੇਲੇ ਦੇ ਪੱਤੇ ਦੀ ਛਾਂ ਛੱਤ ਦੇ ਉੱਪਰ ਦੇਖੀ ਤਾਂ ਉਹ ਜੰਪ ਲਗਾਉਣ ਲੱਗ ਪਿਆ, ਭੌਂਕਣ ਲੱਗ ਪਿਆ. Then the clouds appeared. ਫਿਰ ਬੱਦਲ ਛਾ ਗਏ. It was dark once more. ਇੱਕ ਵਾਰ ਫਿਰ ਤੋਂ ਹਨੇਰਾ ਹੋ ਗਿਆ. The wind stirred the water. ਹਵਾ ਦੇ ਤੇਜ਼ ਵੇਗ ਦੇ ਨਾਲ ਪਾਣੀ ਹਿੱਲਣ ਲੱਗ ਪਿਆ. The carcasses of animals floated around in the waves. ਜਾਨਵਰਾਂ ਦੀਆਂ ਡੈਡ ਬੋਡੀਜ਼ ਪਾਣੀ ਦੇ ਵਿੱਚ ਇੱਧਰ ਉੱਧਰ ਤੈਰ ਰਹੀਆਂ ਸਨ. carcasses, dead bodies. The dog looked at them longingly. ਕੁੱਤਾ ਬੜੀ ਲਾਲਸਾ ਭਰੀਆਂ ਨਜ਼ਰਾਂ ਦੇ ਨਾਲ ਉਹਨਾਂ ਵੱਲ ਦੇਖਣ ਲੱਗਾ ਕਿਉਂਕਿ ਉਹਨੂੰ ਭੁੱਖ ਲੱਗੀ. A small boat was moving fast a little away from the house. ਘਰ ਤੋਂ ਥੋੜੀ ਜਿਹੀ ਦੂਰੀ ਤੇ ਇੱਕ ਛੋਟੀ ਜਿਹੀ ਕਿਸ਼ਤੀ ਬੜੀ ਤੇਜ਼ੀ ਦੇ ਨਾਲ ਜਾ ਰਹੀ ਸੀ. The dog saw it and stood up, wagging his tail. तो उस डॉग ने कुत्ते ने उसनों देखिया और अपनी पूंछ नूं हिलाउंदा होया खड़ा हो गया. He watched till it disappeared. ਜਦੋਂ तक ये गायब नहीं हो गई उन्नी देर तक इनू देखदा रहा. It started drizzling again. फिर तो बूंदाबांदी होण लग पई. The dog stood on his hind legs. ਉਹ डॉग अपनियां पिछलियां लत्तां ते खड़ा हो गया. He looked helpless. ਉਹ ਬੜਾ ਹੀ ਬੇਸਹਾਰਾ ਜਿਹਾ ਨਜ਼ਰ ਆ ਰਿਹਾ ਸੀ. The drizzle stopped. ਬੂੰਦਾਬਾਂਦੀ ਰੁਕ ਗਈ. A small boat came from the house in the north and stopped at the coconut tree. ਉੱਤਰ ਦਿਸ਼ਾ ਵਾਲੇ ਪਾਸੇ ਇੱਕ ਘਰ ਸੀ. ਉੱਥੋਂ ਇੱਕ ਛੋਟੀ ਜਿਹੀ ਬੋਟ ਉਧਰੋਂ ਆਈ ਤੇ ਕੋਕੋਨਟ ਟਰੀ ਦੇ ਲਾਗੇ ਆ ਕੇ ਰੁਕ ਗਈ. The dog wagged his tail and made noises. ਕੁੱਤੇ ਨੇ ਆਪਣੀ ਪੂੰਛ ਨੂੰ ਹਿਲਾਇਆ ਅਤੇ ਆਵਾਜ਼ਾਂ ਕਰਨ ਲੱਗ ਪਿਆ. The boatman picked up a coconut from the tree. ਜਿਹੜਾ ਬੋਟਮੈਨ ਸੀ, ਕਿਸ਼ਤੀ ਚਾਲਕ ਸੀ, ਉਸਨੇ ਪੇੜ ਦੇ ਉੱਪਰੋਂ ਇੱਕ ਕੋਕੋਨਟ ਦਾ ਪੀਸ ਉਸਨੇ ਉਠਾਇਆ, ਤੋੜਿਆ. broke it and drank its juice. ਉਸਨੂੰ ਤੋੜ ਕੇ ਉਹਦਾ ਜੂਸ ਪੀਣ ਲੱਗ ਪਿਆ. He then rode off. ਫਿਰ ਉਹ ਕਿਸ਼ਤੀ ਨੂੰ ਚਲਾਉਂਦਾ ਹੋਇਆ ਚਲਾ ਗਿਆ. A crow sitting on a tree at a distance flew down on the carcass of a huge bull. ਥੋੜੀ ਜਿਹੀ ਦੂਰੀ ਤੇ ਪੇੜ ਦੇ ਉੱਪਰ ਇੱਕ ਕਾਂ ਬੈਠਾ ਹੋਇਆ ਸੀ. ਉਹ ਉੜਦਾ ਹੋਇਆ ਨੀਚੇ ਜਿਹੜਾ ਬੜੇ ਵੱਡੇ ਬੈਲ ਦਾ ਕੈਰਕੇਸ ਸੀ, ਡੈਡ ਬੋਡੀ ਸੀ, ਉਹਦੇ ਉੱਪਰ ਬੈਠ ਗਿਆ. Even as the dog was barking at it. ਹਾਲਾਂਕਿ ਕੁੱਤਾ ਉਹਦੇ ਵੱਲ ਦੇਖ ਕੇ ਭੌਂਕ ਰਿਹਾ ਸੀ. The crow started eating the flesh of the dead animal. ਤਾਂ ਕ੍ਰੋ ਨੇ ਫੇਰ ਵੀ ਮਰੇ ਹੋਏ ਐਨੀਮਲ ਦਾ ਮਾਸ ਖਾਣਾ ਸ਼ੁਰੂ ਕਰ ਦਿੱਤਾ. ਮਤਲਬ ਡੌਗ ਦੇ ਭੌਂਕਣ ਦਾ ਉਹਦੇ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ. It took no notice of the dog. ਇਸਨੇ ਡੌਗ ਵੱਲ ਧਿਆਨ ਹੀ ਨਹੀਂ ਦਿੱਤਾ. After some time it flew away. ਕੁਛ ਦੇਰ ਬਾਅਦ ਇਹ ਉੱਡ ਗਿਆ. In the afternoon, 2 men came that way in a small boat. ਦੁਪਹਿਰ ਵੇਲੇ 2 ਆਦਮੀ ਉਸੇ ਰਸਤੇ ਇੱਕ ਛੋਟੀ ਜਿਹੀ ਬੋਟ ਦੇ ਵਿੱਚ ਆਏ. The dog barked gratefully and wagged his tail. ਡੌਗ ਨਾਲ ਜਿਵੇਂ ਸ਼ੁਕਰਾਨਾ ਕਰਦੇ ਹੋਏ ਉਹਨਾਂ ਵੱਲ ਭੌਂਕ ਰਿਹਾ ਸੀ, ਖੁਸ਼ੀ ਦੇ ਨਾਲ ਭੌਂਕ ਰਿਹਾ ਸੀ ਔਰ ਆਪਣੀ ਪੂਛ ਨੂੰ ਵੀ ਉਸਨੇ ਹਿਲਾਇਆ ਕਿ ਸ਼ਾਇਦ ਮੇਰੀ ਮਦਦ ਕਰਨਗੇ. He wanted to get into the boat. ਉਹ ਉਹਨਾਂ ਦੀ ਬੋਟ ਦੇ ਵਿੱਚ ਜਾਣਾ ਚਾਹੁੰਦਾ ਸੀ. See, there is a dog, said one of them. ਉਹਨਾਂ ਦੋਵਾਂ 'ਚ ਇੱਕ ਨੇ ਆਖਿਆ, ਦੇਖ ਉੱਥੇ ਡੌਗ ਹੈ. The dog moaned. ਕੁੱਤਾ ਕਰਾ ਰਿਹਾ ਸੀ. Let it be there, said the other. ਦੂਸਰੇ ਨੇ ਆਖਿਆ, ਇਹਨੂੰ ਇੱਥੇ ਰਹਿਣ ਦੇ. The dog opened his mouth and groaned. ਡੌਗ ਨੇ ਆਪਣਾ ਮੂੰਹ ਖੋਲ੍ਹਿਆ ਤੇ ਫਿਰ ਉਹ ਕਰਾ ਰਿਹਾ ਸੀ. He tried to jump into the boat. ਉਸਨੇ ਬੋਟ ਦੇ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ. But the boat moved off. ਲੇਕਿਨ ਬੋਟ ਉੱਥੋਂ ਚਲੀ ਗਈ. The dog groaned once again. ਜਿਹੜਾ ਡੌਗ ਹੈ ਉਹ ਫਿਰ ਤੋਂ ਕਰਾਉਣ ਲੱਗ ਪੈਂਦਾ ਹੈ. One of the boatmen turned back. ਉਹਨਾਂ ਵਿੱਚੋਂ ਇੱਕ ਜਿਹੜਾ ਬੋਟਮੈਨ ਸੀ ਉਹਨੇ ਪਿੱਛੇ ਮੁੜਿਆ ਤੇ ਕਹਿੰਦਾ, ਅਯੋ. The cry came not from the boatman. ਸ਼ਾਇਦ ਉਹਨੂੰ ਕੁਛ ਪੇਨ ਹੋਈ ਕਿਸੇ ਨੂੰ ਤੇ ਆਵਾਜ਼ ਉਸਨੇ ਆਪਣੇ ਮੂੰਹ 'ਚੋਂ ਨਿਕਾਲੀ ਆਦਮੀ ਨੇ ਕਿ ਅਯੋ. ਹੁਣ ਇਹ ਜਿਹੜੀ ਆਵਾਜ਼ ਹੈ, ਕਰਾਈ ਹੈ, ਇਹ ਬੋਟਮੈਨ ਦੇ ਵੱਲੋਂ ਨਹੀਂ ਸੀ ਆ ਰਹੀ. It was from the dog. ਇਹ ਡੌਗ ਵੱਲੋਂ ਆ ਰਹੀ ਸੀ. ਉਹਨੂੰ ਤਕਲੀਫ ਸੀ. There was nothing to be heard after that except the sounds of the waves. ਉਸ ਤੋਂ ਬਾਅਦ ਹੋਰ ਕੋਈ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ. ਸਿਰਫ ਲਹਿਰਾਂ ਦੀ ਹੀ ਆਵਾਜ਼ ਸੁਣਾਈ ਦੇ ਰਹੀ ਸੀ. No one turned back thereafter. ਉਸ ਤੋਂ ਬਾਅਦ ਕੋਈ ਵੀ ਮੁੜ ਕੇ ਵਾਪਸ ਨਹੀਂ ਆਇਆ. Only the dog stayed. ਸਿਰਫ ਕੁੱਤਾ ਹੀ ਰਹਿ ਗਿਆ ਸੀ. Looking at the boat till it disappeared.
ਕਿਸ਼ਤੀ ਦੇ ਵੱਲ ਦੇਖ ਰਿਹਾ ਸੀ ਜਦ ਤੱਕ ਉਹ ਅੱਖਾਂ ਤੋਂ ਓਲੇ ਨਹੀਂ ਹੋ ਗਈ। He climbed onto the roof once again, growling as if bidding farewell to the world. ਉਹ ਇੱਕ ਵਾਰ ਫਿਰ ਤੋਂ ਛੱਤ ਉੱਪਰ ਚੜ੍ਹ ਗਿਆ। ਉਹ ਗੁर्रा ਰਿਹਾ ਸੀ, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪੂਰੀ ਦੁਨੀਆ ਨੂੰ ਅਲਵਿਦਾ ਕਹਿ ਰਿਹਾ ਹੋਵੇ। Perhaps he was trying to say that never again he would love a human being. ਸ਼ਾਇਦ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਕਦੀ ਦੁਬਾਰਾ ਕਿਸੇ ਮਨੁੱਖ ਦੇ ਨਾਲ ਪਿਆਰ ਨਹੀਂ ਕਰੇਗਾ। Students, this is the end of part 3. Thank you so much.